ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਨੂ ਸਾਹਿਬ ਦੇ ਸਵਾਗਤ ਨਾਲ, ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ ਨਵਜੀਤ, ਪਹਿਲਾਂ ਤੁਸੀਂ ਦੱਸੋ, ਤੁਹਾਨੂੰ ਸ਼ੁਕਰੀਆ ਸੁਣ ਗਿਆ ਜੀ ਪੰਨੂ ਸਾਹਿਬ ਬਿਲਕੁਲ ਸੁਣਿਆ ਜੀ। ਇਹ ਪਤਾ ਕਿਉਂ ਮੈਂ ਕਿਹਾ ਜੀ, ਸਾਡੇ ਕੁਝ ਦਰਸ਼ਕ ਨੇ ਜਿਹੜੇ ਬਹੁਤ ਅਜੀਬ ਨੇ ਜੀ। ਹੁਣ ਜਦੋਂ ਤੁਸੀਂ ਕਹਿੰਦੇ ਆ ਸਵਾਗਤ ਹੈ ਤੇ ਮੈਂ ਕਹਿ ਦਿੰਦਾ ਸ਼ੁਕਰੀਆ, ਹਾਂਜੀ ਉਸ ਵਕਤ ਕਈ ਵਾਰੀ ਕੈਮਰਾ ਜੇ ਤੁਹਾਡੇ ਉੱਤੇ ਹੁੰਦਾ ਜੀ, ਮੇਰੇ ਵੱਲ ਹੁੰਦਾ ਨਹੀਂ। ਉਹ ਕੁਝ ਦਰਸ਼ਕ ਸਮਾਂ ਤੇ ਸ਼ਕਤੀ ਫਾਲਤੂ ਚੀਜ਼ਾਂ ਦੇ ਉੱਤੇ ਖਰਚ ਕਰਦੇ ਆ ਜੀ। ਉਹਨਾਂ ਚੋਂ ਇੱਕ ਦਰਸ਼ਕ ਅੱਗੇ ਵੀ ਕੀਤੀਆਂ ਟਿੱਪਣੀਆਂ, ਹੁਣ ਫਿਰ ਉਹ ਕਰਦਾ ਮੂੰਹ ਵੱਡਿਆ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਦਿੰਦੇ, ਸਵਾਗਤ ਦਾ ਜਵਾਬ ਨਹੀਂ ਦਿੰਦੇ, ਮੂੰਹ ਚੋਂ ਲਾਚੀਆਂ ਕੱਢ ਕੇ ਤੇ ਸਵਾਗਤ ਦਾ ਜਵਾਬ ਦਿਆ ਕਰੋ। ਇੱਦਾਂ ਅੱਛਾ, ਹਾਸੋ ਜਿਹੜੀਆਂ ਗੱਲਾਂ ਨੇ ਜੀ, ਉਹ 'ਚੋਂ ਇੱਦਾਂ ਲੱਗਦਾ ਜਿਵੇਂ ਮੈਂ ਤੇ ਨਵਜੀਤ ਦੋ ਵੱਖਰੀਆਂ ਵੱਖਰੀਆਂ ਟੀਮਾਂ, ਇੱਕ ਕੋਈ ਨਿਊਜ਼ੀਲੈਂਡ ਦੀ ਟੀਮ ਹੈ ਤੇ ਦੂਸਰੀ ਕੋਈ ਹਾਲੈਂਡ ਦੀ ਟੀਮ ਹੈ ਜੀ। ਉਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਅਸੀਂ ਇੱਕ ਪਰਿਵਾਰ ਵਾਂਗ ਪ੍ਰਾਈਮ ਏਸ਼ੀਆ 'ਚ ਬੈਠਦੇ ਹਾਂ, ਖਾਣ ਪੀਣ ਲੱਗਿਆਂ ਵੀ ਇਕੱਠੇ ਬੈਠ ਕੇ ਖਾਂਦੇ ਹਾਂ ਜੀ, ਤੇ ਪਰਿਵਾਰ ਵਾਂਗ ਸੰਬੰਧ ਨੇ ਸਾਰਿਆਂ ਦੇ। ਬੰਦੇ ਇਸ ਤਰ੍ਹਾਂ ਗੱਲਾਂ ਕਰਦੇ। ਇੱਕ ਤਾਂ ਮੈਂ ਇਹ ਗੱਲ ਕਰਨੀ ਆ ਕਿ ਬੰਦੇ ਬੇਲੋੜੀਆਂ ਗੱਲਾਂ ਨਾ ਕਰਿਆ ਕਰਨ, ਉਹਦੇ ਬਜਾਏ ਕੁਝ ਕੰਮ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਦੂਜਾ, ਕਦੇ ਕਦੇ ਉਹ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਪੰਜਾਬੀ ਦਾ ਉਹਨਾਂ ਨੂੰ ਥੋੜ੍ਹਾ ਜਿਹਾ ਵੱਧ ਪਤਾ, ਔਰ ਮੈਂ ਸਮਝਦਾ ਕਿ ਉਹਨਾਂ ਨੂੰ ਵੱਧ ਪਤਾ ਹੋ ਸਕਦਾ ਮੇਰੇ ਤੋਂ। ਜੀ, ਮੈਂ ਆਪਣੇ ਆਪ ਨੂੰ ਪੰਜਾਬੀ ਦਾ ਕੋਈ ਬਹੁਤ ਵੱਡਾ ਮਾਹਰ ਨਹੀਂ ਮੰਨਦਾ, ਪਰ ਇਹ ਜ਼ਰੂਰੀ ਤਾਂ ਨਹੀਂ ਕਿ ਜਿਹੜੀ ਗੱਲ ਉਹਨਾਂ ਨੂੰ ਪਤਾ ਹੋਵੇ ਉਹੀ ਠੀਕ ਹੋਵੇ, ਜਾਂ ਜਿਹੜੀ ਮੈਨੂੰ ਪਤਾ ਉਹੀ ਠੀਕ ਹੋਵੇ। ਕੋਈ ਤੀਸਰੀ ਗੱਲ ਵੀ ਹੋ ਸਕਦੀ ਹੈ। ਇਹਨਾਂ ਮਾਮਲਿਆਂ 'ਚ ਥੋੜ੍ਹਾ ਜਿਹਾ ਸਹਿਣਸ਼ੀਲ ਹੋਣਾ ਚਾਹੀਦਾ। ਜੀ ਬਿਲਕੁਲ। ਹੁਣ ਮਿਸਾਲ ਦੇ ਤੌਰ 'ਤੇ ਕੱਲ੍ਹ ਇੱਕ ਲਫ਼ਜ਼ ਅਸੀਂ ਵਰਤਿਆ ਥੰਬਨੇਲ 'ਚ, ਕੇਰਾ। ਜੀ। ਉਹ ਕੇਰਾ ਲਫ਼ਜ਼ ਮੈਂ ਜਾਣ ਬੁੱਝ ਕੇ ਵਰਤਿਆ ਸੀ, ਔਰ ਮੈਂ ਉਹਦੇ ਵਿੱਚ ਆਖਿਆ ਵੀ ਸੀ ਕਿ ਭਾਜਪਾ ਦੇ ਬੰਦੇ ਕਿਰਦੇ ਜਾ ਰਹੇ ਆ। ਜਦੋਂ ਕਿਰਦੇ ਹੋਣ ਤੇ ਉਹਨੂੰ ਕਹਿੰਦੇ ਕੇਰਾ ਲੱਗ ਗਿਆ। ਜੀ। ਜਿਹੜੇ ਨੌਜਵਾਨਾਂ ਨੇ ਕੇਰਾ ਤੇ ਘੇਰਾ ਦਾ ਕੱਲ੍ਹ ਵੇਲੋੜਾ ਵਿਵਾਦ ਛੇੜ ਕੇ ਬਹੁਤ ਇੱਕ ਦੂਸਰੇ ਬਾਰੇ ਵੀ ਟਿੱਪਣੀਆਂ ਕੀਤੀਆਂ ਨੇ, ਮੈਂ ਉਹਨਾਂ ਨੂੰ ਇੱਕ ਸਲਾਹ ਦਊਂਗਾ। ਪੰਜਾਬੀ ਅਸਲ ਵਿੱਚ ਰਹਿ ਗਈ ਆ ਦਾਦੇ ਦਾਦੀ ਤੇ ਨਾਨੇ ਨਾਨੀ ਕੋਲ। ਜੀ। ਜੇ ਤੁਸੀਂ ਉੱਥੇ ਜਾਓਗੇ ਤੇ ਉਹਨਾਂ ਨੂੰ ਪੁੱਛਿਓ ਕਿ ਖੇਤਾਂ ਦੇ ਵਿੱਚ ਫਸਲ ਬੀਜਣ ਲੱਗਿਆ ਜਦੋਂ ਅਜੇ ਟਰੈਕਟਰ ਨਹੀਂ ਸੀ ਆਏ, 3 ਤਰੀਕਿਆਂ ਨਾਲ ਕਣਕ ਬੀਜੀ ਜਾਂਦੀ ਸੀ। ਇੱਕ ਤਰੀਕਾ ਹੁੰਦਾ ਸੀ ਛੱਟਾ, ਉਹ ਇਸ ਤਰ੍ਹਾਂ ਰੁੱਗ ਭਰ ਕੇ ਖਿਲਾਰਦੇ ਜਾਣਾ, ਕਿਤੇ ਜ਼ਿਆਦਾ ਦਾਣੇ ਖਿਲਰ ਜਾਣੇ, ਕਿਤੇ ਘੱਟ ਖਿਲਰਨੇ। ਜੀ। ਦੂਸਰਾ ਹੁੰਦਾ ਸੀ ਪੋਰਾ, ਜਿੱਦਾਂ ਤੇਲ ਵਾਲੀ ਪੀਕ ਹੁੰਦੀ ਆ, ਉੱਤੋਂ ਪਾਈਦਾ ਤੇ ਥੱਲੇ ਨਾਲੀ 'ਚ ਤੁਰਿਆ ਜਾਂਦਾ, ਉੱਤੋਂ ਚੌੜੀ ਨਹੀਂ ਥੱਲੇ ਪਤਲੀ। ਉੱਦਾਂ ਦੀ ਪੋਰ ਹੁੰਦੀ ਸੀ ਜਿਹੜੀ ਹਲ ਦੇ ਪਿੱਛੇ ਬੱਧੀ ਹੁੰਦੀ ਸੀ, ਤੇ ਕਿਸਾਨ ਆਪਣੇ ਲੱਕ ਨੂੰ ਦਾਣਿਆਂ ਦੀ ਝੋਲੀ ਬੰਨ੍ਹ ਕੇ ਨਾਲੇ ਹਲ ਵਾਹੀ ਜਾਂਦਾ ਸੀ, ਨਾਲੇ ਪਿੱਛੋਂ ਥੋੜ੍ਹੇ ਜਿਹੇ ਦਾਣੇ ਕੱਢ ਕੇ ਤੇ ਇੱਕ ਇੱਕ ਦਾਣਾ ਉਸ ਪੋਰ ਵਿੱਚ ਦੀ ਸੁੱਟਦਾ ਜਾਂਦਾ ਸੀ। ਉਹ ਹਲ ਦੇ ਥੱਲੇ ਦਾਣੇ ਤੁਰੇ ਜਾਂਦੇ ਸੀ, ਤੇ ਜਦੋਂ ਹਲ ਅੱਗੇ ਲੰਘਦਾ ਸੀ ਦੋਵਾਂ ਪਾਸਿਆਂ ਤੋਂ ਸਿਆੜ ਦੀ ਮਿੱਟੀ ਪੈ ਕੇ ਦਾਣੇ ਢੱਕੇ ਜਾਂਦੇ ਸੀ। ਜੀ। ਇੱਕ ਤੀਜਾ ਹੁੰਦਾ ਸੀ ਕੇਰਾ। ਕੇਰਾ ਇਹ ਹੈ ਕਿ ਅੱਗੇ ਅੱਗੇ ਇੱਕ ਜਿਹੜਾ ਹਲ ਵਾਹੁੰਦਾ ਤੇ ਦੂਸਰਾ ਪਿੱਛੇ ਪਿੱਛੇ ਇੱਕ ਇੱਕ ਦਾਣਾ ਇਸ ਤਰ੍ਹਾਂ ਕਰਦਾ ਖਿਲਾਰਦਾ ਜਾਂਦਾ। ਝੋਲੀ ਉਹਨੇ ਵੀ ਬੱਧੀ ਹੁੰਦੀ ਸੀ, ਦਾਣੇ ਥੋੜ੍ਹੇ ਕੱਢਣੇ, ਇੱਕ ਇੱਕ ਕਰਕੇ ਦਾਣਾ ਖਿਲਾਰਦੇ ਜਾਣਾ, ਉਹ ਕੇਰਾ ਹੁੰਦਾ ਸੀ। ਇੱਦਾਂ ਦੇ ਕਈ ਲਫ਼ਜ਼ ਨੇ ਜਿਨ੍ਹਾਂ ਦੇ ਉੱਤੇ ਬਕਾਇਦਾ ਸਾਨੂੰ ਇੱਕ ਦਿਨ ਇੱਕ ਪ੍ਰੋਗਰਾਮ ਕਰਨਾ ਚਾਹੀਦਾ। ਜੀ ਜ਼ਰੂਰ। ਇੱਕ ਦਿਨ ਮੈਂ ਆਖਿਆ ਕਿ ਫਲਾਣੇ ਬੰਦਾ ਤੱਤੇ ਘਾਹ ਚਲਾ ਗਿਆ, ਇਹਦੇ ਉੱਤੇ ਟੀਕਾ ਟਿੱਪਣੀ ਹੋਈ ਤੱਤੇ ਘਾਹ ਕਿ ਤੱਤੇ ਘਾਹ ਵਾ, ਤੇ ਉਹਦੇ ਉੱਤੇ ਆਪਸ ਵਿੱਚ ਬਹਿਸ ਚੱਲ ਪਈ ਕਿ ਤੱਤੇ ਘਾਹ ਕਿ ਘਾਹ। ਹੁਣ ਅਸਲ 'ਚ ਹੁੰਦਾ ਕੀ ਆ, ਘਾਓ ਹੁੰਦਾ ਜ਼ਖਮ। ਜੀ। ਤੱਤੇ ਘਾਓ ਯਾਨੀ ਤੱਤਾ ਘਾਹ ਜਿਹੜਾ ਉਹਦੇ 'ਚ ਅਜੇ ਜ਼ਖਮ ਤੱਤਾ ਹੈ, ਠੰਡਾ ਨਹੀਂ ਹੋਇਆ, ਖੂਨ ਜੰਮਿਆ ਨਹੀਂ, ਦਰਦ ਸ਼ੁਰੂ ਨਹੀਂ ਹੋਈ, ਬੰਦਾ ਤੁਰ ਗਿਆ। ਉੱਥੇ ਘਾਹ ਕਿਤੇ ਨਹੀਂ ਆਉਂਦਾ। ਇਹ ਬੜੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਤੇ ਉਹਦੇ 'ਚ ਕਨਫਿਊਜ਼ ਹੋ ਕੇ ਬਹੁਤ ਜ਼ਿਆਦਾ ਸਮਾਂ ਤੇ ਸ਼ਕਤੀ ਖਰਾਬ ਕਰਦੇ ਨੇ। ਮੈਂ ਇਹਨਾਂ ਦਰਸ਼ਕਾਂ ਨੂੰ ਆਖੂੰਗਾ ਕਿ ਕੁਝ ਗੱਲਾਂ 'ਚ ਜੇ ਸਿਆਣੀ ਗੱਲ ਪਤਾ ਲੱਗੇ ਤੇ ਸਾਨੂੰ ਦੱਸਿਓ, ਮੈਂ ਗ੍ਰਹਿਣ ਕਰਨ ਨੂੰ ਤਿਆਰ ਹਾਂ, ਪਰ ਤੁਸੀਂ ਵੀ ਥੋੜ੍ਹਾ ਜਿਹਾ ਖੁੱਲ੍ਹਾ ਮਨ ਰੱਖੋ ਜਿਹੜੀਆਂ ਗੱਲਾਂ ਦੇ ਉੱਤੇ ਬੇਲੋੜਾ ਬੋਲਦੇ। ਹੁਣ ਮਿਸਾਲ ਦੇ ਤੌਰ 'ਤੇ ਇੱਕ ਸੱਜਣ ਨੇ ਕੱਲ੍ਹ ਫੇਰ ਇਸ ਗੱਲ 'ਤੇ ਇਤਰਾਜ਼ ਕੀਤਾ, ਤੁਸੀਂ ਇੰਡੀਆ ਜਾਂ ਭਾਰਤ ਕਿਉਂ ਨਹੀਂ ਕਹਿੰਦੇ, ਤੁਸੀਂ ਹਿੰਦੁਸਤਾਨ ਕਿਉਂ ਕਹਿੰਦੇ। ਜੀ। ਮੇਰਾ ਖਿਆਲ ਉਸ ਸੱਜਣ ਨੇ ਐਸ ਸੋਮਵਾਰ ਦਾ ਫੋਕਸ ਪ੍ਰੋਗਰਾਮ
ਪ੍ਰਾਈਮ ਟੀਵੀ ਦਾ ਨਹੀਂ ਸੁਣਿਆ, ਨਹੀਂ ਸੁਣਿਆ ਹੋਣਾ। ਉਹਦੇ ਵਿੱਚ ਗੁਰਪ੍ਰੀਤ ਸੰਧਾਵਾਲੀਆ ਤੇ ਮੈਂ ਸਾਂ, ਤੇ ਮੈਂ ਬਾਰ-ਬਾਰ ਉਹਦੇ 'ਚ ਆਖਿਆ ਕਿ ਹਿੰਦੁਸਤਾਨ ਲਫ਼ਜ਼ ਹਿੰਦੂ ਧਰਮ ਨਾਲ ਜੁੜਿਆ ਨਹੀਂ। ਜਿਹੜੇ ਆਏ ਸਨ ਮੁਗਲ, ਉਹਨਾਂ ਕੋਲ ਕਜ਼ਾਕਿਸਤਾਨ, ਤੁਰਕਮੇਨਿਸਤਾਨ, ਆਰਮੀਨਿਸਤਾਨ ਜਿੰਨੇ ਸਨ, ਅਫਗਾਨਿਸਤਾਨ, ਬਲੋਚਿਸਤਾਨ ਤੁਰਦੇ ਤੁਰਦੇ ਆਏ ਤੇ ਉਹ ਸਿੰਧ ਨੂੰ ਹਿੰਦ ਕਹਿੰਦੇ ਸੀ ਕਿਉਂਕਿ ਸੱਸੇ ਨੂੰ ਹਾਹਾ ਬੋਲਦੇ ਸੀ ਜੀ। ਜਦੋਂ ਟੱਪੇ ਤੇ ਉਹਨਾਂ ਨੇ ਇਸ ਸਿੰਧ ਦਰਿਆ ਨੂੰ ਹਿੰਦ ਕਹਿੰਦੇ ਸੀ। ਇਹਦੇ ਤੋਂ ਅੱਗੇ ਹਿੰਦੁਸਤਾਨ ਉਹਨਾਂ ਬਣਾਇਆ ਸੀ। ਹਿੰਦੂ ਧਰਮ, ਰਾਮ ਭਗਵਾਨ ਦੇ ਵੇਲੇ ਹਿੰਦੁਸਤਾਨ ਹੈ ਨਹੀਂ ਸੀ, ਕ੍ਰਿਸ਼ਨ ਭਗਵਾਨ ਦੇ ਵੇਲੇ ਹਿੰਦੁਸਤਾਨ ਹੈ ਨਹੀਂ ਸੀ। ਫਿਰ ਮੈਂ ਆਖਿਆ ਕਿ ਇਸ ਲਫ਼ਜ਼ ਨਾਲ ਤੁਹਾਨੂੰ ਚਿੜਨਾ ਨਹੀਂ ਚਾਹੀਦਾ। ਗੁਰਬਾਣੀ 'ਚ ਗੁਰੂ ਸਾਹਿਬ ਨੇ ਲਿਖਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਜੀ। ਯਾਨੀ ਕਿੱਥੇ ਖੁਰਾਸਾਨ ਰਾਜ ਦੇ ਉੱਤੇ ਕਬਜ਼ਾ ਕਰਕੇ ਤੇ ਫਿਰ ਹਿੰਦੁਸਤਾਨ ਨੂੰ ਡਰਾਉਣ ਵਾਸਤੇ ਤੁਰ ਪਏ। ਫਿਰ ਗੁਰਬਾਣੀ 'ਚ ਇੱਕ ਥਾਂ ਤੇ ਆਉਂਦਾ, ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ। ਜੀ। ਇਹ ਜਦੋਂ ਲਫ਼ਜ਼ ਗੁਰਬਾਣੀ 'ਚ ਆਉਂਦੇ ਨੇ, ਅੱਜ ਇਹਦੇ ਉੱਤੇ ਹਰ ਤੀਸਰੇ ਦਿਨ ਟਿੱਪਣੀ ਸ਼ੁਰੂ ਕਰ ਦਿੰਦੇ ਕਿ ਹਿੰਦੁਸਤਾਨ ਕਿਉਂ ਆਖਿਆ। ਇੰਡੀਆ ਜਾਂ ਭਾਰਤ ਆਖੋ, ਭਾਰਤ ਦੇ ਕਈ ਨਾਂ ਨੇ। ਇਹਨੂੰ ਇੰਦਰਪ੍ਰਸਥ ਵੀ ਕਹਿੰਦੇ ਰਹੇ, ਹਸਤਨਾਪੁਰ ਵੀ ਕਹਿੰਦੇ ਰਹੇ, ਪਤਾ ਨਹੀਂ ਕਿੰਨੀ ਕਿਸਮ ਦੇ ਨਾਂ ਦੇ ਰੱਖਦੇ ਰਹੇ। ਉਹਨਾਂ ਨਾਵਾਂ 'ਚੋਂ ਇੱਕ ਨਾਂ ਮੂੰਹ ਚੜਿਆ ਹੁੰਦਾ। ਤੁਸੀਂ ਕਹੋ ਮੈਂ ਸਾਰਾ ਕੁਝ ਛੱਡ ਕੇ ਇੰਡੀਆ ਕਹਿਣ ਨੂੰ ਤਿਆਰ ਹਾਂ, ਪਰ ਇਹਦੇ ਉੱਤੇ ਥੋੜਾ ਜਿਹਾ ਬੇਲੋੜਾ ਸਮਾਂ ਨਾ ਲਓ, ਕੁਝ ਹੋਰ ਗੱਲਾਂ ਤੇ ਕਰੋ, ਉਹ ਸਮਾਂ ਲਾਓ। ਬਿਹਤਰ ਇਹ ਹੈ ਕਿ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਕੁਝ ਥੋੜਾ ਜਿਹਾ ਅਵਾਇਡ ਵੀ ਕੀਤਾ ਜਾ ਸਕਦਾ। ਮੈਂ ਇਹ ਸ਼ੁਰੂ 'ਚ ਜਾਣਬੁੱਝ ਕੇ ਗੱਲ ਕੀਤੀ ਹੈ। ਵੈਸੇ ਅਸੀਂ ਸੋਚਾਂਗੇ ਕਿਸੇ ਦਿਨ ਇੱਕ ਪ੍ਰੋਗਰਾਮ ਸਿਰਫ ਇਹਨਾਂ ਦੇ ਉੱਤੇ ਕਰ ਦਈਏ ਜਿਹੜੀਆਂ ਗੱਲਾਂ ਬਾਰੇ ਲੋਕਾਂ ਨੂੰ ਬਹੁਤ ਭੁਲੇਖਾ। ਜੀ ਪੰਜ ਸਾਹਿਬ, ਵੈਸੇ ਵੀ ਬਹੁਤ ਸਾਰੇ ਅਜਿਹੇ ਸ਼ਬਦ ਆ ਜਿਨ੍ਹਾਂ ਨੂੰ ਇਸ ਵਕਤ ਭੁੱਲ ਚੁੱਕਿਆ ਜਾਂ ਉਹਨਾਂ ਨੇ ਸਮਝ ਨਹੀਂ ਆਉਂਦੀ। ਗੱਲ ਤੁਹਾਡੀ ਸਹੀ ਹੈ, ਇੱਕ ਪ੍ਰੋਗਰਾਮ ਜ਼ਰੂਰ ਇੱਥੇ ਕਰਨਾ ਬਣਦਾ ਹੈ। ਦੇਖੋ, ਦਾਦਾ ਦਾਦੀ ਨਾਨਾ ਨਾਨੀ ਸਾਡੇ ਬਚਪਨ ਵੇਲੇ ਜਦੋਂ ਬਾਤਾਂ ਸੁਣਾਉਂਦੇ ਹੁੰਦੇ ਸਨ ਜੀ, ਬਾਤਾਂ ਦੇ ਨਾਲ ਬੁਝਾਰਤਾਂ ਪਾਉਂਦੇ ਹੁੰਦੇ ਸਨ। ਉਹ ਜਿਹੜੀਆਂ ਬੁਝਾਰਤਾਂ ਉਸ ਵਕਤ ਦੀਆਂ ਸੀ, ਉਹ ਨਵੀਂ ਪੀੜ੍ਹੀ ਨੂੰ ਕੱਖ ਨਹੀਂ ਪਤਾ। ਜੀ। ਅੱਜ ਕੱਚ ਦਾ ਗਲਾਸ ਵਿੱਚ 2 ਰੰਗ, ਆਂਡਾ ਹੁੰਦਾ ਸੀ ਵੀ ਕੱਚ ਵਾਂਗੂ ਨੂੰ ਟੁੱਟ ਜਾਂਦਾ, ਤੋੜ ਦਿਓ ਤੇ ਵਿੱਚ 2 ਰੰਗ ਚਿੱਟਾ ਤੇ ਪੀਲਾ, 2 ਰੰਗਾਂ ਦਾ ਸਮਾਨ ਵਿੱਚੋਂ ਨਿਕਲਦਾ। ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ, ਅੱਜ ਨਵੇਂ ਬੱਚਿਆਂ ਨੂੰ ਪੁੱਛੋ ਨਹੀਂ ਪਤਾ ਉਹ ਸੂਈ ਧਾਗਾ ਹੁੰਦਾ ਸੀ। ਜਿਵੇਂ ਉਹ ਬੁਝਾਰਤਾਂ ਹੀ ਇਕੱਲੀਆਂ ਪਾਉਣ ਲੱਗ ਪਾ ਤੇ ਉਹਨਾਂ ਬੁਝਾਰਤਾਂ 'ਚ ਇੰਨਾ ਕੁਛ ਹੈ ਕਿ ਤੁਸੀਂ ਉਹਦੇ 'ਚੋਂ ਪੰਜਾਬੀ ਸਿੱਖ ਜਾਓਗੇ। ਮੈਂ ਫੇਰ ਕਹੂੰਗਾ ਕਿ ਜਿਨ੍ਹਾਂ ਨੂੰ ਪੰਜਾਬੀ ਬਾਰੇ ਕੁਝ ਭੁਲੇਖੇ ਆ, ਉਹ ਦਾਦੇ ਦਾਦੀ ਨਾਨੇ ਨਾਨੀ ਕੋਲ ਜਾ ਕੇ ਬੈਠਣ। ਪੰਜਾਬੀ ਉਹਨਾਂ ਬਚਾ ਕੇ ਰੱਖੀ ਹੈ। ਸਾਡੀ ਪੰਜਾਬੀ ਸ਼ਹਿਰਾਂ ਦੇ ਤੇ ਟੀਵੀ ਦੇ ਪ੍ਰਭਾਵ ਥੱਲੇ ਹਿੰਦੀ ਨੂੰ ਅਡਾਪਟ ਕਰੀ ਜਾਂਦੀ ਹੈ, ਹਿੰਦੀ ਨੂੰ ਆਪਣੇ ਉੱਤੇ ਪ੍ਰਵਾਨ ਕਰੀ ਜਾਂਦੀ ਹੈ, ਇਹਦੀ ਪਰਤ ਚੜ੍ਹੀ ਜਾਂਦੀ ਹੈ। ਜੀ। ਪਾਕਿਸਤਾਨ ਵਾਲਿਆਂ ਦੀ ਲਾਹੌਰ ਦੀ ਪੰਜਾਬੀ ਬਹੁਤ ਵਧੀਆ ਸੀ, ਉਹਦੇ ਉੱਤੇ ਉਰਦੂ ਭਾਰੀ ਹੋਈ ਜਾਂਦੀ ਹੈ। ਦੋਵੇਂ ਪਾਸੇ ਪੰਜਾਬੀ ਨਹੀਂ ਹੈਗੀ। ਔਰ ਹਿੰਦੀ ਵਾਲਿਆਂ ਦੀ ਆਪਣੀ ਸਮੱਸਿਆ ਕਿ ਉਸ ਹਿੰਦੀ ਦੇ ਉੱਤੇ ਅੰਗਰੇਜ਼ੀ ਭਾਰੂ ਹੋਈ ਜਾਂਦੀ ਹੈ। ਜੇ ਪੰਜਾਬੀ ਨਾਲ ਇੰਨਾ ਮੋਹ ਆ ਤੇ ਫਿਰ ਮੈਂ ਆਖੂੰਗਾ ਆਪਣੇ ਦਾਦਾ ਦਾਦੀ ਨਾਨਾ ਨਾਨੀ ਕੋਲ ਜਾ ਕੇ ਜ਼ਰੂਰ ਬੈਠੇ। ਜੀ ਪੰਜ ਸਾਹਿਬ, ਵੈਕਸੀਨ ਦੀ ਗੱਲ ਕਰਦੇ ਹਾਂ। ਕੋਵੈਕਸਿਨ ਨੂੰ ਅਜੇ ਤੱਕ ਭਾਰਤ ਵਿੱਚ ਮਾਨਤਾ ਨਹੀਂ ਮਿਲੀ। ਦੂਸਰੇ ਪਾਸੇ ਹੁਣ ਇੱਕ ਹੋਰ ਦੋਸ਼ ਲੱਗਦੇ ਆ ਕਿ ਇਹਦੇ ਵਿੱਚ ਗਾਂ ਦੇ ਬੱਚੇ ਦਾ ਸਿਰਮ ਮਿਲਾਇਆ ਜਾ ਰਿਹਾ ਹੈ। ਕਿੰਨਾ ਕੁ ਸੱਚ ਹੈ ਜੋ ਅੱਜ ਦੋਸ਼ ਲੱਗਿਆ? ਦੇਖੋ, ਭਾਰਤ ਵਿੱਚ ਤੇ ਉਹਨੂੰ ਮਾਨਤਾ ਮਿਲੀ ਹੈ, ਭਾਰਤ ਸਰਕਾਰ ਨੇ ਦਿੱਤੀ ਹੈ। ਹੁਣ ਤਾਂ ਜਿਹੜੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ CISF ਉਹਦੀ ਗਾਰਦ ਵੀ ਦੇਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਅਜੇ ਤੱਕ ਨਹੀਂ ਦਿੱਤੀ। WHO ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਉਹਨਾਂ ਨੇ ਮਾਨਤਾ ਨਹੀਂ ਦਿੱਤੀ। ਜੀ। ਹੁਣ ਉੱਥੇ ਰੇੜਕਾ ਇਹ ਪੈ ਗਿਆ ਕਿ ਇੱਕ ਕਾਂਗਰਸੀ ਲੀਡਰ ਨੇ ਬਿਆਨ ਜਾਰੀ ਕਰਤਾ। ਉਹਨੇ ਕਹਿਤਾ ਕਿ ਇਹਦੇ ਵਿੱਚ ਗਾਂ ਦੇ ਵੱਛੇ ਦੀ ਮਿੱਝ ਕੱਢ ਕੇ ਪਾਈ ਜਾਂਦੀ, ਉਹਦੇ ਵਾਸਤੇ ਵੱਛੇ ਨੂੰ ਮਾਰਨਾ ਪੈਂਦਾ। ਸੀਰਮ ਇੱਕ ਕਿਸਮ ਦੀ ਮਿੱਝ ਹੁੰਦੀ ਹੈ। ਹੁਣ ਬਹੁਤੇ ਬੱਚਿਆਂ ਨੂੰ ਨਵੇਂ ਨੂੰ ਮਿੱਝ ਦਾ ਨਹੀਂ ਪਤਾ ਹੋਣਾ ਜੀ, ਉਹ ਹੱਡੀਆਂ ਦੇ ਵਿੱਚੋਂ ਨਿਕਲਦੀ ਹੈ। ਅੱਛਾ, ਉਹ ਜਦੋਂ ਉਹਨੇ ਆਖਿਆ ਤੇ ਉਹਨੇ ਆਖਿਆ ਜੀ ਮੈਂ ਨਹੀਂ ਕਹਿ ਰਿਹਾ, ਭਾਰਤ ਸਰਕਾਰ ਤੋਂ ਮੈਂ ਪੁੱਛਿਆ ਕਿ ਕੋਵੈਕਸਿਨ ਕਿੱਦਾਂ ਬਣਦੀ ਹੈ, 'ਚ ਕੀ ਕੀ ਪੈਂਦਾ। ਤੇ ਉਹਨਾਂ ਨੇ ਆਖਿਆ ਕਿ ਛੋਟਾ ਬੱਚਾ ਜਿਹੜਾ ਗਾਂ ਦਾ ਹੁੰਦਾ, ਵੱਛਾ ਜਾਂ ਵੱਛੀ, ਉਹਦੇ ਸੀਰਮ ਨਾਲ ਵੀਰੋ ਸੈੱਲ ਬਣਦੇ ਆ ਤੇ ਫਿਰ ਉਹਦੇ ਤੋਂ ਕੋਵੈਕਸਿਨ ਬਣਦੀ ਹੈ। ਜੀ। ਉਹ ਕਹਿੰਦਾ RTI ਹੈ, ਰਾਈਟ ਟੂ ਇਨਫੋਰਮੇਸ਼ਨ ਐਕਟ ਵਿੱਚ ਮੈਂ ਪੁੱਛਿਆ। ਇਹ ਤੇ ਭਾਰਤ ਸਰਕਾਰ ਵੀ ਭੜਕੁੱਟੀ, ਕੰਪਨੀ ਵੀ ਭੜਕੁੱਟੀ। ਦਿੱਤਾ ਸਪਸ਼ਟੀਕਰਨ, ਪਰ ਉਹਦੇ ਨਾਲ ਫਿਰ ਫਸ ਗਿਆ। ਜੀ। ਹੁਣ ਨਿਕਲਿਆ ਕੀ ਹੈ, ਜਿਹੜਾ ਛੋਟਾ ਵੱਛਾ ਵੱਛੀ ਹੁੰਦਾ ਗਾਂ ਦਾ, ਉਹ ਜਿਹੜਾ ਪਹਿਲਾ ਦੁੱਧ ਚੁੰਗਦਾ 15 ਕੁ ਦਿਨ, ਜਿਹਨੂੰ ਸਾਡੀ ਬੋਲੀ 'ਚ ਬੌਲੀ ਜਾਂ ਬੌਲਾ ਦੁੱਧ ਕਹਿ ਦਿੰਦੇ। ਜੀ ਜੀ। ਉਹਦਾ ਬੌਲੀ ਵਾਲਾ ਦੁੱਧ ਹੁੰਦਾ, ਮੋਟਾ ਦੁੱਧ, ਉਹਦੇ ਵਿੱਚ ਤਾਕਤ ਹੁੰਦੀ ਆ ਕਿ ਉਹ ਐਂਟੀਬਾਡੀਜ਼ ਬਣਾਉਂਦਾ। ਅਜੇ ਵੀ ਸਾਊ ਲੋਕ ਆਪਣੇ ਬੱਚਿਆਂ ਨੂੰ ਗਾਂ ਦਾ, ਮੱਝ ਦਾ
ਬੋਲਾ ਦੁੱਧ ਲਿਆ ਕੇ ਉਹਦੀ ਬੋਲੀ ਬਣਾ ਕੇ ਤੇ ਖਵਾਉਂਦੇ ਆ, ਇਸੇ ਕਰਕੇ ਖਵਾਉਂਦੇ ਆ ਕਿ ਬੱਚੇ ਤਾਕਤਵਰ ਹੋ ਜਾਣ। ਉਹ ਜਿਹੜਾ ਵੱਛਾ ਜਾਂ ਵੱਛੀ ਛੋਟੀ ਉਮਰ ਦਾ 15-20 ਦਿਨ ਦਾ, ਉਹਨੂੰ ਮਾਰ ਕੇ ਉਹਦੀ ਮਿੱਝ ਕੱਢੀ ਜਾਂਦੀ ਹੈ, ਸੀਰਮ, ਉਹਦੇ ਵਿੱਚੋਂ ਫਿਰ ਵੀਰੋ ਸੈੱਲ ਬਣਾਏ ਜਾਂਦੇ ਆ। ਭਾਰਤ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਕਿ ਸੀਰਮ ਤਾਂ ਉਸੇ ਦਾ ਲੈਂਦੇ ਆ ਵੱਛੇ ਨੂੰ ਮਾਰ ਕੇ, ਉਹਦੇ ਵੀਰੋ ਸੈੱਲ ਬਣਾਏ ਜਾਂਦੇ ਆ। ਜਦੋਂ ਵੀਰੋ ਸੈੱਲ ਡਿਵੈਲਪ ਹੋ ਜਾਂਦੇ ਆ ਤੇ ਉਹਨਾਂ ਵੀਰੋ ਸੈੱਲ ਨੂੰ ਪਹਿਲਾਂ ਪਾਣੀ ਨਾਲ ਧੋਤਾ ਜਾਂਦਾ ਜੀ, ਫਿਰ ਕੈਮੀਕਲ ਨਾਲ ਧੋਤਾ ਜਾਂਦਾ, ਉਹਨਾਂ ਤੋਂ ਮੁੜ ਕੇ ਅਗਲੀ ਪ੍ਰਕਿਰਿਆ ਸ਼ੁਰੂ ਹੁੰਦੀ ਆ ਜਿਹਦੇ 'ਚ ਕੋਵੈਕਸਿਨ ਬਣਦੀ ਹੈ। ਜਦੋਂ ਤੱਕ ਕੋਵੈਕਸਿਨ ਬਣਦੀ ਆ ਉਹਦੇ ਵਿੱਚ ਗਾਂ ਦੀ ਮਿੱਝ ਵਾਲਾ ਕੋਈ ਅੰਸ਼ ਨਹੀਂ ਰਹਿ ਜਾਂਦਾ ਜੀ। ਇਹ ਸਪਸ਼ਟੀਕਰਨ ਤਾਂ ਦੇ ਦਿੱਤਾ, ਸਾਡੀ ਵੱਲੋਂ ਕਹਿ ਦਿਓ ਗੰਗਾ ਜਲ ਨਾਲ ਵੀ ਧੋਤੇ, ਸਧਾਰਨ ਜਲ ਨਾਲ ਨਹੀਂ ਧੋਤੇ। ਪਰ ਸਵਾਲ ਤਾਂ ਫਿਰ ਇੱਥੇ ਆ ਜਾਂਦਾ ਕਿ ਕੋਵੈਕਸਿਨ ਬਣਾਉਣ ਵਾਸਤੇ ਤੁਹਾਨੂੰ ਵੀਰੋ ਸੈੱਲ ਡਿਵੈਲਪ ਕਰਨ ਦੀ ਲੋੜ ਸੀ। ਵੀਰੋ ਸੈੱਲ ਉਦੋਂ ਤੱਕ ਨਹੀਂ ਬਣਦਾ ਜਦ ਤੱਕ ਗਾਂ ਦੇ ਵੱਛੇ ਦਾ ਸੀਰਮ ਨਾ ਲਿਓ। ਇਹ ਗੱਲ ਤਾਂ ਤੁਸੀਂ ਮੰਨ ਲਈ ਨਾ ਕਿ ਕੋਵੈਕਸਿਨ ਤੇ ਵੀਰੋ ਸੈੱਲ ਬਣਾਉਣ ਵਾਸਤੇ ਗਾਵਾਂ ਦੇ ਵੱਛਿਆਂ ਨੂੰ ਉਸ ਸਰਕਾਰ ਦੇ ਅੰਡਰ ਮਾਰਿਆ ਜਾਂਦਾ ਜਿਹੜੀ ਸਰਕਾਰ ਦੇ ਹੁੰਦਿਆਂ ਕੋਈ ਦੁੱਧ ਵਾਲੇ ਗਾਂ ਵੀ ਲੈ ਕੇ ਜਾਂਦਾ ਹੋਵੇ ਤੇ ਕਹਿੰਦੇ ਕਤਲ ਕਰਨ ਲੱਗਾ ਤੇ ਉਸ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਆ। ਪਰ ਇੱਥੇ ਸਰਕਾਰੀ ਤੌਰ ਤੇ ਗਾਵਾਂ ਦੇ ਵੱਛੇ ਵੱਛੀਆਂ ਨੂੰ ਇਸ ਕਰਕੇ ਮਾਰਿਆ ਜਾਂਦਾ ਕਿ ਉਹਨਾਂ ਦਾ ਸੀਰਮ ਲੈਣਾ, ਵੀਰੋ ਸੈੱਲ ਬਣਾਉਣੇ, ਵੀਰੋ ਸੈੱਲ ਤੋਂ ਫਿਰ ਅਸੀਂ ਕੋਵੈਕਸਿਨ ਬਣਾਉਣੀ ਹੈ। ਜੇ ਉਹ ਸੀਰਮ ਨਾ ਮਿਲੇ ਵੱਛੇ ਦਾ ਤੇ ਵੀਰੋ ਸੈੱਲ ਨਹੀਂ ਬਣਦੇ, ਵੀਰੋ ਸੈੱਲ ਨਾ ਬਣਨ ਤੇ ਕੋਵੈਕਸਿਨ ਨਹੀਂ ਬਣਦੀ। ਤੇ ਫਿਰ ਸਫਾਈ ਦੇਣ ਲੱਗਿਆ ਕੀ ਹੁੰਦਾ ਜੀ। ਉਹ ਕਤਲ ਦੇ ਕੇਸ ਵਿੱਚ ਇੱਕ ਬੰਦੇ ਨੇ ਸਫਾਈ ਦੇਣੀ ਸੀ, ਕਹਿੰਦਾ ਮੈਂ ਤਾਂ ਜਦੋਂ ਗਿਆ ਫਲਾਣੇ ਥਾਂ ਤੇ ਕਤਲ ਹੋਣ ਡਿਆ ਸੀ, ਮੈਂ ਫਲਾਣੇ ਨੂੰ ਆਖਿਆ ਤੁਸੀਂ ਕੀ ਕਰਦੇ ਜੇ, ਕਹਿੰਦੇ ਉਹ ਬੰਦੇ ਦੀ ਮਦਦ ਕਰਦੀ ਹੈ ਮਾੜੀ ਜੀ, ਇਹ ਫਲਾਣੇ ਤਿੰਨਾਂ ਜਣੇ ਹੋਰਾਂ ਦੇ ਨਾਂ ਲੈ ਕੇ ਉਹਨਾਂ ਨੇ ਵੀ ਫਸਾਇਆ ਸੀ। ਇੱਥੇ ਭਾਰਤ ਸਰਕਾਰ ਨੇ ਕੀ ਕੀਤਾ, ਰੌਲਾ ਪਿਆ ਕੋਵੈਕਸਿਨ ਦਾ ਕਿ ਤੁਸੀਂ ਵੱਛੇ ਦਾ ਸੀਰਮ ਪਾਉਨੇ ਆ, ਗਾਂ ਦੇ ਬੱਚਿਆਂ ਦਾ ਸੀਰਮ ਪਾਉਨੇ ਆ, ਗੋਕੇ ਦਾ, ਗਊ ਵੰਸ਼ ਦਾ। ਤੇ ਭਾਰਤ ਸਰਕਾਰ ਨੇ ਸਫਾਈ ਦੇਣ ਲੱਗਿਆ ਕੋ ਪਤਾ ਕੀ ਕਹਿਤਾ, ਕਹਿੰਦੇ ਇਹਦਾ ਕੀ ਆ, ਇਹ ਤਾਂ ਪੋਲੀਓ ਡਰਾਪਸ ਦੇ ਵਿੱਚ ਵੀ ਜਿਹੜਾ ਆ ਹੈਗਾ ਐਂਟੀ ਰੈਬੀਜ਼ ਟੀਕਾ ਬਣਦਾ, ਹਲਕਾ ਦਾ ਟੀਕਾ, ਪੋਲੀਓ ਤੇ ਹਲਕਾ ਦਾ ਟੀਕਾ, ਉਹ ਕਹਿੰਦੇ ਉਹਦੇ 'ਚ ਵੀ ਪੈਂਦਾ। ਲੋ ਹੁਣ ਕੋਵੈਕਸਿਨ ਦੀ ਸਫਾਈ ਦੇਣ ਲੱਗੇ ਸੀ, ਦੂਸਰੇ 2 ਟੀਕਿਆਂ ਵਾਲੀਆਂ ਫੈਕਟਰੀਆਂ, ਉਹਨਾਂ ਦਾ ਸਿਆਪਾ ਨਵਾਂ ਨਾਲ ਪਾਤਾ। ਪਰ ਇਹ ਗੱਲ ਭਾਰਤ ਸਰਕਾਰ ਨੇ, ਨਰਿੰਦਰ ਮੋਦੀ ਸਰਕਾਰ ਨੇ ਇਹ ਮੰਨ ਲਈ ਆ ਕਿ ਕੋਵੈਕਸਿਨ ਬਣਾਉਣ ਵਾਸਤੇ ਵੀਰੋ ਸੈੱਲ ਚਾਹੀਦੇ ਆ, ਵੀਰੋ ਸੈੱਲ ਬਣਾਉਣ ਵਾਸਤੇ ਵੱਛੇ ਦਾ ਸੀਰਮ ਚਾਹੀਦਾ। ਵੱਛੇ ਦਾ ਸੀਰਮ ਤਾਂ ਮਿਲਦਾ ਜੇ ਵੱਛਾ ਮਾਰਿਆ ਜਾਵੇ। ਸਰਕਾਰੀ ਤੌਰ ਦੇ ਉੱਤੇ ਗਊ ਵੰਸ਼ ਜਿਹੜਾ ਉਹਦੇ ਵੱਛੇ ਤੇ ਵੱਛੀਆਂ ਜੰਮਦੇ ਮਾਰੇ ਜਾ ਰਹੇ ਆ ਜੀ। ਇਹ ਗੱਲ ਤਾਂ ਮੰਨੀ ਗਈ, ਹੁਣ ਇਹ 'ਚ ਮੁੱਕਰਨ ਵਾਲੀ ਕਿਹੜੀ ਗੱਲ ਹੋਈ। ਪਰ ਸਾਹਿਬ ਇੱਕ ਗੱਲ ਹੋਰ ਆ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਵੀ ਜਦੋਂ ਕਿਤੇ ਕੋਈ ਫੜ ਹੁੰਦੀ ਆ ਜਾਂ ਗੱਡੀਆਂ ਵਿੱਚ ਫੜੀਆਂ ਜਾਂਦੀਆਂ ਗਾਵਾਂ, ਉੱਥੇ ਤਾਂ ਫਿਰ ਇਹ ਸਵਾਲ ਉੱਠਣਾ ਆ, ਉੱਥੇ ਕਹੂਗਾ ਕਿ ਕੋਵੈਕਸਿਨ 'ਚ ਪਾਈ ਜਾ ਸਕਦੀ ਤੇ ਇੱਥੇ ਸਾਨੂੰ ਫੜ ਕੇ ਘੇਰਦੇ ਹੋ। ਪਰ ਇਹ ਜੋ ਵੀ ਆ ਸਵਾਲ ਵੱਡਾ ਇਹ ਆ ਜੀ ਕਿ ਜਿਹੜੇ ਕਿਤੇ ਪਤਾ ਲੱਗੇ ਫਲਾਣੇ ਥਾਂ ਤੇ ਬੀਫ ਹੈ, ਇਹ ਵੀ ਨਹੀਂ ਪੁੱਛਣਾ ਬੀਫ ਗਾਂ ਦਾ ਕਿ ਮੱਝ ਦਾ। ਬੀਫ ਗੋਕਾ ਵੀ ਹੁੰਦਾ, ਮੱਝ ਦੇ ਮਾਸ ਨੂੰ ਬੀਫ ਕਹਿੰਦੇ ਆ, ਬੀਫ ਸੁਣ ਕੇ ਪੈ ਜਾਣਾ। ਪਰ ਇੱਥੇ ਹੁਣ ਸਰਕਾਰੀ ਤੌਰ ਤੇ ਮੰਨ ਲਿਆ ਗਿਆ ਕਿ ਕੋਵੈਕਸਿਨ ਤਾਂ ਬਣਦੀ ਆ ਜੇ ਵੀਰੋ ਸੈੱਲ ਹੋਣ, ਵੀਰੋ ਸੈੱਲ ਤਾਂ ਬਣਦੇ ਆ ਜੇ ਵੱਛੇ ਦਾ ਸੀਰਮ ਹੋਵੇ, ਵੱਛੇ ਦਾ ਸੀਰਮ ਤਾਂ ਬਣਦਾ ਜੇ ਗਾਂ ਦੇ ਬੱਚੇ ਨੂੰ ਜੰਮਦੇ ਨੂੰ ਮਾਰ ਦਿੱਤਾ ਜਾਵੇ 15 ਦਿਨਾਂ ਦੇ ਅੰਦਰ ਅੰਦਰ, ਨਹੀਂ ਤੇ ਬਣਦਾ ਨਹੀਂ। ਹੁਣ ਆਹ ਜਿਹੜੀ ਗੱਲ ਹੈ ਇਹ ਸਰਕਾਰੀ ਤੌਰ ਤੇ ਮੰਨੀ ਗਈ ਆ ਕਿ ਉਹ ਸਰਕਾਰ ਜਿਹੜੀ ਗਊ ਵੰਸ਼ ਦੀ ਰੱਖਿਅਕ ਆ, ਉਹ ਸਰਕਾਰ ਦੇ ਹੁੰਦਿਆਂ ਗਊ ਵੰਸ਼ ਮਾਰਿਆ ਜਾ ਰਿਹਾ ਜੀ। ਦੇਖਦੇ ਅੱਗੇ ਕੀ ਹੁੰਦਾ, ਕਿਉਂਕਿ ਘਿਰ ਗਿਆ ਹੁਣ 2 ਦਵਾਈਆਂ ਨਾਲ ਹੋਰ ਵੀ ਹੈ। ਪਰ ਸਾਹਿਬ ਗੁਰਦੁਆਰਾ ਗੰਗਸਰ ਸਾਹਿਬ ਹੈ, ਉੱਥੇ ਵੀ ਦੋਸ਼ ਲੱਗਦੇ ਪਏ ਆ ਕਿ ਔਰਤਾਂ ਦੇ ਨਾਲ ਛੇੜਖਾਨੀ ਵੀ ਹੋਈ ਹੈ ਤੇ ਕੁਝ ਅਜਿਹੇ ਪਦਾਰਥ ਹੈ ਜਿਨ੍ਹਾਂ ਦੀ ਮਨਾਹੀ ਹੈ, ਉਹਦੀ ਵਰਤੋਂ ਕੀਤੀ ਜਾਂਦੀ ਹੈ। ਕੀ ਮਾਮਲਾ ਪੂਰਾ? ਦੇਖੋ ਫਰੀਦਕੋਟ ਜ਼ਿਲ੍ਹੇ 'ਚ ਜੈਤੋ ਆ, ਜੈਤੋ ਦੇ ਵਿੱਚ ਗੁਰਦੁਆਰਾ ਗੰਗਸਰ ਸਾਹਿਬ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਜੀ, ਇਤਿਹਾਸਕ ਗੁਰਦੁਆਰਾ। ਉੱਥੇ ਇੱਕ ਪੁਰਾਤਨ ਖੂਹ ਆ ਜਿਹੜੀ 7 ਜੂਨ ਲੰਘੀ ਆ, 9 ਦਿਨ ਹੀ ਹੋਏ ਜੀ। ਉਸ ਦਿਨ ਇੱਕ ਸੇਵਾਦਾਰ ਨੇ ਵੇਖਿਆ ਕਿ ਉੱਥੇ ਇੱਕ ਕਲਰਕ ਤੇ ਇੱਕ ਹੋਰ ਸੇਵਾਦਾਰ 2 ਜਣੇ ਬਾਹਰੋਂ ਔਰਤ ਲਿਆਏ ਆ ਤੇ ਗੁਰਦੁਆਰਾ ਗੰਗਸਰ ਸਾਹਿਬ ਦੇ ਨਾਲ ਉੱਥੇ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਇੱਕ ਕਲਗੀਧਰ ਨਿਵਾਸ ਬਣਾਇਆ ਗਿਆ, ਸਰਾਂ ਬਣਾਈ ਗਈ ਜੀ, ਉਹਦੇ 'ਚ ਲੈ ਗਿਆ। ਉਹਨੇ ਰੌਲਾ ਪਾਤਾ, ਉਹਨੇ ਮੈਨੇਜਰ ਨੂੰ ਜਾ ਕੇ ਦੱਸਿਆ। ਮੈਨੇਜਰ ਨੇ ਆਖਿਆ ਤੁਸੀਂ ਇਦਾਂ ਕਰੋ, ਬਾਕੀ ਆਪਾਂ ਸ਼੍ਰੋਮਣੀ ਕਮੇਟੀ ਨੂੰ ਸ਼ਿਕਾਇਤ ਕਰਾਂਗੇ, ਪਰ ਅੱਜ ਤੋਂ ਗੈਸਟ ਹਾਊਸ ਨੂੰ ਤਾਲਾ ਲਾ ਦਿਓ ਅਤੇ ਕਿਸੇ ਨੂੰ ਵੜਨ ਹੀ ਨਾ ਦਿਓ। ਉੱਥੇ ਤਾਲਾ ਲਾਤਾ। ਸੇਵਾਦਾਰ ਨੇ ਰੌਲਾ ਪਾਇਆ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਦੱਸਦੇ। ਮੈਨੇਜਰ ਨੇ ਸ਼੍ਰੋਮਣੀ ਕਮੇਟੀ ਨੂੰ ਦੱਸਤਾ। 7 ਤਰੀਕ ਦਾ ਦੱਸਿਆ, 15 ਤਰੀਕ ਤੱਕ ਸ਼੍ਰੋਮਣੀ ਕਮੇਟੀ ਐਡੇ ਜ਼ਿੰਮੇਵਾਰ ਹੱਥਾਂ ਵਿੱਚ ਹੈ ਜਾਂ ਨਲਾਇਕ ਹੱਥਾਂ ਵਿੱਚ ਹੈ ਜੀ ਕਿ ਉਹਨਾਂ ਨੇ 15 ਤਰੀਕ ਤੱਕ ਪੂਰਾ 1 ਹਫ਼ਤਾ ਆਪਣੀ ਕੋਈ ਟੀਮ ਨਹੀਂ ਭੇਜੀ। ਜੇ ਟੀਮ ਭੇਜੀ ਫਲੈਂਕ ਸਕੁਐਡ,
ਉਹ ਇੱਦਾਂ ਕਰਕੇ ਗੱਲਾਂ ਹਾਂ ਸੁਣੀ ਆ ਸ਼ਿਕਾਇਤ ਇਹਨਾਂ ਬੰਦਿਆਂ ਦੋਨੋਂ ਸਸਪੈਂਡ ਕਰਦੇ ਉਹ ਕਹਿੰਦੇ ਸਸਪੈਂਡ ਬਿਲਕੁਲ ਨਹੀਂ। ਇੱਕ ਤਾਂ ਨੌਕਰੀ ਤੋਂ ਡਿਸਮਿਸ ਕਰਾਉਣਾ, ਦੂਸਰਾ ਅਸੀਂ ਪਰਚਾ ਕਰਕੇ ਅੰਦਰ ਕਰਾਉਣੇ ਆ, ਤੁਸੀਂ ਉਹ ਖੂਹ ਫੋੜੋ ਉਹਦੇ ਵਿੱਚ ਕੀ ਕੁਛ ਆ ਜੀ। ਫਿਰ ਫਲੈਂਗ ਸਕੁਐਡ ਵਾਲਿਆਂ ਨੂੰ ਤੇ ਪੁਲਿਸ ਨੂੰ ਉੱਥੇ ਪਹਿਰਾ ਦੇ ਕੇ ਕੋਲ ਖਲੋ ਕੇ ਖੂਹ ਦੀ ਤਲਾਸ਼ੀ ਕਰਾਉਣੀ ਪਈ। ਜਦੋਂ ਖੂਹ ਦੇ ਜਲ ਦੇ ਵਿੱਚੋਂ ਤਲਾਸ਼ੀ ਕਰਾਈ, ਉਹ ਚੁੱਕੀ ਨਿਕਲਿਆ ਸ਼ਰਾਬ ਦੀਆਂ ਬੋਤਲਾਂ। 10ਵੇਂ ਗੁਰੂ ਸਾਹਿਬ ਦਾ ਗੁਰਦੁਆਰਾ ਹੋਵੇ ਤੇ ਪੁਰਾਤਨ ਖੂਹ ਦੇ ਵਿੱਚੋਂ, ਇਤਿਹਾਸਕ ਖੂਹ ਚੋਂ ਸ਼ਰਾਬ ਦੀਆਂ ਬੋਤਲਾਂ, ਬੀਅਰ ਦੀਆਂ ਬੋਤਲਾਂ ਜੀ, ਪਲਾਸਟਿਕ ਦੇ ਲਿਫਾਫਿਆਂ 'ਚ ਮੀਟ ਤੇ ਜਾਨਵਰਾਂ ਦੀਆਂ ਹੱਡੀਆਂ। ਸਭ ਤੋਂ ਭੈੜੀ ਚੀਜ਼ ਕਿ ਸੈਕਸ ਕਰਨ ਵੇਲੇ ਜਿਹੜੇ ਕੰਡੋਮ ਵਰਤੇ ਜਾਂਦੇ ਆ ਜੀ, ਉਹ ਵਰਤੇ ਹੋਏ ਕੰਡੋਮ ਤੇ ਅਣਵਰਤੇ ਬੰਦ ਪੈਕਟਾਂ ਦੇ ਵਿੱਚ ਵੀ ਉਸ ਖੂਹ 'ਚ ਸੁੱਟੇ ਪਏ ਸੀ। ਇਹ ਸਾਰਾ ਕੁਝ ਜਦੋਂ ਸਾਹਮਣੇ ਨਿਕਲਿਆ, ਫਿਰ ਫਲੈਂਗ ਸਕੁਐਡ ਵਾਲਿਆਂ ਨੇ ਪਹਿਲਾਂ ਅੰਮ੍ਰਿਤਸਰ ਗੱਲ ਕੀਤੀ ਤੇ ਫਿਰ ਉਹਨਾਂ ਨੇ ਆਖਿਆ ਇਹ ਦੋਵੇਂ ਜਣੇ ਸਸਪੈਂਡ ਕੀਤੇ ਜਾਂਦੇ। ਲੋਕਾਂ ਰੌਲਾ ਪਾਇਆ ਤਾਂ ਸਸਪੈਂਡ ਕਿੱਦਾਂ ਕਰ ਸਕਦੇ ਤੁਸੀਂ? ਐਡੀ ਵੱਡੀ ਕਰਤੂਤ ਤੋਂ ਬਾਅਦ ਵੀ ਤੁਸੀਂ ਸਸਪੈਂਡ ਕਰਦੇ ਆ ਜੀ। ਅੱਜ ਤੁਸੀਂ ਸਸਪੈਂਡ ਕਰੋਗੇ, ਭਲਕੇ 2 ਜਣੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਉਣਗੇ ਤੇ ਆ ਕੇ ਇਹਨਾਂ ਨੂੰ ਬਹਾਲ ਕਰਾ ਦੇਣਗੇ, ਸਾਡੇ ਬੰਦੇ ਆ। ਇਹ ਤੁਸੀਂ ਕਰਦੇ ਪਏ ਆ। ਫਿਰ ਪੁਲਿਸ ਦਾ ਥਾਣੇਦਾਰ ਛੱਡੋ, ਐਸਪੀ ਆਇਆ ਫਰੀਦਕੋਟ ਤੋਂ ਭੱਜਾ, ਉਹਨੇ ਆ ਕੇ ਤੇ ਸਾਰਾ ਕੰਟਰੋਲ ਜਿਹੜਾ ਸੀ ਲਾਅ ਐਂਡ ਆਰਡਰ ਉਹਦੀ ਕਮਾਂਡ ਆਪਣੇ ਹੱਥ ਲਈ। ਫਲੈਂਗ ਸਕੁਐਡ ਵਾਲੇ ਲੋਕਾਂ ਨੇ ਕਮਰੇ 'ਚ ਬੰਦ ਕਰਤਾ, ਬਾਹਰੋਂ ਤਾਲਾ ਲਾਤਾ ਕਿ ਤੁਹਾਨੂੰ ਜਾਣ ਨਹੀਂ ਦੇਣਾ, ਇੱਥੇ ਫੈਸਲਾ ਕਰੋ। ਉਹ ਅੰਦਰੋਂ ਟੈਲੀਫੋਨ ਘੁਮਾਉਣ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਜੀ। ਅੱਧੀ ਰਾਤ ਤੱਕ ਮਜਮਾ ਲੱਗਾ ਰਿਹਾ। ਅੱਧੀ ਰਾਤ ਤੋਂ ਬਾਅਦ ਜਾ ਕੇ ਫੈਸਲਾ ਹੋਇਆ ਕਿ ਉਹ ਦੋਵੇਂ ਜਿਹੜੇ ਸੇਵਾਦਾਰ ਨੇ, 3 ਜਣੇ, ਉਹ ਤਿੰਨੇ ਸਸਪੈਂਡ ਨਹੀਂ ਕੀਤੇ ਜਾਣਗੇ, ਨੌਕਰੀ ਤੋਂ ਕੱਢੇ ਜਾਣਗੇ, ਪਰਚਾ ਦਰਜ ਕਰਾਇਆ ਜਾਵੇਗਾ, ਉਹ ਜੇਲ੍ਹ ਜਾਣਗੇ। ਇਹ ਇੱਕ ਗੁਰੂ ਘਰ ਦੀ ਗੱਲ ਨੰਗੀ ਹੋਈ ਹੈ ਜੀ। ਸੁਣਨ ਵਿੱਚ ਕਿੰਨਿਆਂ ਦੀਆਂ ਆਉਂਦੀਆਂ ਅਸੀਂ ਦੱਸ ਨਹੀਂ ਸਕਦੇ। ਸਮੇਤ ਵੱਡੇ ਅੰਮ੍ਰਿਤਸਰ ਤੋਂ ਲੈ ਕੇ ਉੱਥੇ ਵੀ ਕਿੰਨੀ ਵਾਰ ਇਹੋ ਜਿਹੇ ਸਕੈਂਡਲ ਹੋਏ, ਕਿੰਨੀ ਵਾਰ ਬੰਦੇ ਫੜੇ ਗਏ ਨੇ, ਕਿੰਨੀ ਵਾਰ ਸੇਵਾਦਾਰ ਫੜੇ ਗਏ ਨੇ। ਉਹਨਾਂ ਸਾਰਿਆਂ ਦੀਆਂ ਗੱਲਾਂ ਹਰ ਵਾਰੀ ਘਾਲਾ ਮਾਲਾ ਕਰਕੇ ਉਹਦੇ ਉੱਤੇ ਪੋਚਾ ਪਾ ਦਿੱਤਾ ਜਾਂਦਾ। ਕੱਲ ਜੋ ਕੁਝ ਗੰਗਸਰ ਦੇ ਵਿੱਚ ਹੋਇਆ, ਇਹ ਅੱਤ ਦਾ ਸ਼ਰਮਨਾਕ ਆ। ਦੁਨੀਆ ਭਰ ਦੇ ਸਿੱਖ ਸੰਗਤਾਂ ਦੇ ਵੱਲੋਂ ਇਹ ਸਵਾਲ ਆ ਰਹੇ ਨੇ। ਸਿੱਖ ਸੰਗਤਾਂ ਪੁੱਛਦੀਆਂ ਨੇ ਦੁਨੀਆ ਭਰ ਦੀਆਂ ਕਿ ਇਹ ਜੋ ਕੁਝ ਹੋਇਆ ਇਹ ਕੀ ਇਹ ਵੀ ਢੱਕਿਆ ਜਾਊ। ਮੈਨੂੰ ਲੱਗਦਾ ਹੈ ਕਿ ਜਿਹੜੀ ਹੁਣ ਵਾਲੀ ਲੀਡਰਸ਼ਿਪ ਆ, ਜੇ ਮਾੜਾ ਮੋਟਾ ਵੀ ਇਹਨਾਂ ਨੂੰ ਕੋਈ ਫਰਜ਼ ਦਾ ਅਹਿਸਾਸ ਹੋਵੇ ਤੇ ਇਹਨਾਂ ਨੂੰ ਸਖਤੀ ਕਰਨੀ ਚਾਹੀਦੀ ਹੈ। ਪਰ ਮੈਨੂੰ ਬਹੁਤੀ ਆਸ ਨਹੀਂ ਕਿ ਕਰਨਗੇ, ਕਿਉਂਕਿ ਜਿੰਨੇ ਵੀ ਸੇਵਾਦਾਰ ਨੇ ਕੰਮ ਕਰਨ ਜਾਂ ਨਾ ਕਰਨ, ਭਾਵੇਂ ਮੁਫਤ ਦੀਆਂ ਤਨਖਾਹਾਂ ਲੈਣ, ਉਹਨਾਂ ਸਾਰਿਆਂ ਦੇ ਪਿੱਛੇ ਕੋਈ ਨਾ ਕੋਈ 2-4 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਕੋਈ ਐਗਜ਼ੈਕਟਿਵ ਦੇ ਮੈਂਬਰ, ਜਾਂ ਕੋਈ ਅਕਾਲੀ ਦਲ ਦਾ MLA, ਜਾਂ ਕੋਈ ਸਾਬਕਾ ਮੰਤਰੀ, ਕੋਈ ਵੱਡਾ ਧੜਵਾਇਲ ਹੁੰਦਾ ਤੇ ਉਹ ਸਾਰੇ ਆਪੋ ਆਪਣੇ ਬੰਦਿਆਂ ਦੀ ਇੰਨੀ ਪੁਸ਼ਤ ਪਨਾਹੀ ਕਰਦੇ ਆ ਕਿ ਗੁਰੂ ਘਰਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਗੰਦ ਘੁਲਣਾ ਸ਼ੁਰੂ ਕੀਤਾ। ਇਹਦੇ ਉੱਤੇ ਸਖਤੀ ਹੋਣੀ ਚਾਹੀਦੀ ਹੈ। ਸਖਤੀ ਸ਼੍ਰੋਮਣੀ ਕਮੇਟੀ ਨਹੀਂ ਕਰ ਸਕਦੀ, ਸੰਗਤ ਨੂੰ ਕਰਨੀ ਪਊਗੀ। ਪਰ ਸਾਹਿਬ ਇੱਕ ਗੱਲ ਹੋਰ ਹੈ, ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ, ਹੁਣ ਅਗਵਾਈ ਵੀ ਇੱਕ ਬੀਬੀ ਕਰ ਰਹੇ ਆ ਤੇ ਦੂਸਰੇ ਪਾਸੇ ਦੋਸ਼ ਵੀ ਬੀਬੀਆਂ ਦੇ ਨਾਲ ਉੱਪਰ ਹੀ ਆ, ਮਤਲਬ ਲੱਗਾ ਪਿਆ, ਉਹਨਾਂ ਦੇ ਨਾਲ ਸੰਬੰਧਿਤ ਹੈ। ਬੀਬੀ ਜਗੀਰ ਕੌਰ ਗ੍ਰੇਟ ਨੇ, ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਜੀ। ਉਹਨਾਂ ਬਾਰੇ ਤਾਂ ਪਹਿਲਾਂ ਬਹੁਤ ਬਾਤ ਚੱਲਦੇ ਪਏ। ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਢੰਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਣ ਜੀ, ਤੇ ਐਦਾਂ ਦੀਆਂ ਗੱਲਾਂ ਸਾਰੀਆਂ ਉੱਠਣ ਕਿਉਂ? ਮੁੜ ਕੇ ਜਿਹੜੇ ਵਿਵਾਦ ਉੱਠਦੇ ਆ ਉਹ ਇਸ ਕਰਕੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜੀ ਹੋਣ ਜੀ, ਜਾਂ ਲੌਂਗੋਵਾਲੀਆ ਸੰਤ ਹੁੰਦਾ ਸੀ ਪਹਿਲਾਂ ਇੱਥੇ, ਜੀ, ਜਿਹੜਾ ਮਰਜ਼ੀ ਲਿਆ ਕੇ ਬਿਠਾ ਦਿਓ, ਇਹ ਕੋਈ ਸੁਧਾਰ ਨਹੀਂ ਕਰ ਸਕਦੇ। ਕਿਉਂਕਿ ਸੁਧਾਰ ਕਰਨ ਲਈ ਜਿਨ੍ਹਾਂ ਨੂੰ ਹੱਥ ਪਾਉਣਾ ਪੈਣਾ, ਉਹਨਾਂ ਦੇ ਪਿੱਛੇ ਵੱਡੀਆਂ ਤਾਕਤਾਂ ਨੇ। ਜੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ SIT ਨੇ ਪੁੱਛ ਪੜਤਾਲ ਕਰਨੀ ਹੈ ਤੇ ਨਵੀਂ ਤਰੀਕ ਦੇ ਦਿੱਤੀ ਗਈ ਹੈ। ਇਹ ਹੁਣ ਕਿਵੇਂ ਦੇਖਦੇ ਆ ਇਸ ਕਹਾਣੀ ਨੂੰ? ਜਿਸ ਦਿਨ ਖਬਰ ਆਈ ਸੀ, ਤੁਹਾਨੂੰ ਯਾਦ, ਮੈਂ ਪਹਿਲੇ ਦਿਨ ਕਹਿ ਦਿੱਤਾ ਸੀ ਕਿ ਉਹਨਾਂ ਨੇ ਪੇਸ਼ ਨਹੀਂ ਹੋਣਾ। ਜੀ। ਮੈਂ ਇਹ ਵੀ ਕਿਹਾ ਸੀ ਕਿ ਸੰਮਣ 'ਚ ਨੁਕਸ ਹੈ। ਨੁਕਸ ਇਹ ਆ ਕਿ ਉਹਨਾਂ ਦੀ ਉਮਰ 65 ਸਾਲ ਤੋਂ ਵੱਧ ਹੈ। ਕਾਨੂੰਨ ਕਹਿੰਦਾ ਕਿ ਜਿਹੜਾ ਬੰਦਾ 65 ਸਾਲ ਤੋਂ ਵੱਧ ਹੈ, ਉਹਨੂੰ ਬਿਆਨ ਦੇਣ ਵਾਸਤੇ, ਪੁੱਛਗਿੱਛ ਵਾਸਤੇ ਸੱਦਿਆ ਨਹੀਂ ਜਾ ਸਕਦਾ, ਉਹਦੇ ਕੋਲ ਜਾਣਾ ਪਊ। ਹੁਣ ਇਹਨਾਂ ਨੇ ਉਹਨੂੰ ਤਰੀਕ ਦੇ ਦਿੱਤੀ, ਉਹਨੇ ਅੱਗੋਂ ਆਖਿਆ ਕਿ ਮੈਂ ਬਿਮਾਰ ਹਾਂ ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕਰੋ, ਅਜੇ ਮੈਂ ਆ ਨਹੀਂ ਸਕਦਾ, ਜਦੋਂ ਮੈਂ ਠੀਕ ਹੋ ਗਿਆ ਮੈਂ ਤੁਹਾਨੂੰ ਦੱਸ ਦੂੰਗਾ, ਜਾਂ ਤੁਸੀਂ ਮੈਨੂੰ ਨਵੀਂ ਤਰੀਕ ਦੇ ਦਿਓ। ਹੁਣ ਇਹਨਾਂ ਨੇ ਨਵੀਂ ਤਰੀਕ ਦੇ ਦਿੱਤੀ ਆ ਜਿਹੜੀ 22 ਜੂਨ ਹੈ ਜੀ। 22 ਜੂਨ ਤੱਕ ਬਾਦਲ ਸਾਹਿਬ ਜਿਹੜੇ ਪਹਿਲੇ ਹਿਸਾਬ ਨਾਲ ਦੱਸਿਆ ਸੀ ਕਿ ਇੰਨੇ ਦਿਨਾਂ ਵਾਸਤੇ ਮੈਂ ਘਰ 'ਚ ਟਿਕਿਆ ਕਿਉਂਕਿ ਮੈਂ ਠੀਕ ਨਹੀਂ ਗਾ, ਉਹ ਤੇ ਉਹਨੇ ਇੱਕ ਦਿਨ ਲੰਘ ਜਾਂਦੇ ਆ। ਉਹਦੇ ਤੋਂ ਬਾਅਦ ਬਾਦਲ ਸਾਹਿਬ ਪੇਸ਼ ਹੁੰਦੇ ਆ ਕਿ ਫਿਰ ਨਵੀਂ ਤਰੀਕ ਲੈਂਦੇ ਆ। ਇਹ ਪਤਾ ਨਹੀਂ, ਪੇਸ਼ ਹੋਣ ਵਾਸਤੇ ਜਾਣਾ ਤੇ ਹੈ ਨਹੀਂ, ਸੱਜਣਾ ਤੇ ਪੁੱਛਗਿੱਛ ਵਾਲੀ ਟੀਮ ਨੂੰ ਉੱਥੇ ਹੀ ਹੈ। ਪਰ ਇਹ ਮਸਲਾ ਅਜੇ ਲਟਕਣਾ ਸ਼ੁਰੂ ਹੋਇਆ, ਤੁਸੀਂ ਇਹ ਵੇਖੋ ਅਜੇ ਹੋਰ ਕਈਆਂ ਥਾਵਾਂ ਤੱਕ ਲਟਕੇਗਾ। ਐਡੀ ਛੇਤੀ ਫਟਾਫਟ ਬਾਦਲ ਸਾਹਿਬ ਪੱਲਾ ਨਹੀਂ ਫੜਾਉਣ ਲੱਗੇ। ਜੀ। ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਵੀ ਹੰਗਾਮਾ ਹੋਇਆ, ਕੁਰਸੀਆਂ ਵੀ ਚੱਲੀਆਂ, ਫਾਈਲਾਂ ਦਾ ਪਤਾ ਹੀ ਨਹੀਂ ਲੱਗਾ ਕਿਹੜੀ ਕਿੱਧਰ ਪਈ ਰਹਿ ਗਈ। ਉਹ ਕੀ ਕਹਾਣੀ ਹੋਈ ਆ? ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਅੱਗੇ ਵੀ ਇੱਕ ਵਾਰੀ ਨਾ ਬਹੁਤ ਆਮੋ ਸਾਹਮਣੇ ਬਕਵਾਸਬਾਜ਼ੀ ਹੋਈ ਸੀ, ਬਹੁਤ ਪੁੱਠੇ ਲਫ਼ਜ਼ ਵਰਤੇ ਗਏ ਸੀ ਜੀ। 1-2 ਵਾਰ ਭੈੜੀਆਂ ਗੱਲਾਂ ਵੀ ਉੱਥੇ ਆਖੀਆਂ ਗਈਆਂ ਸੀ। ਪਰ ਕੱਲ ਤਾਂ ਇਹ ਹੋਇਆ,
ਆਮ ਤੌਰ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਅਸੈਂਬਲੀਆਂ ਦੇ ਵਿੱਚ ਜਾਂ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਵਿਰੋਧੀ ਧਿਰ ਹੰਗਾਮਾ ਕਰਦੀ ਆ, ਰੌਲਾ ਪਾਉਂਦੀ ਆ। ਜਿਹੜੀ ਹਾਕਮ ਧਿਰ ਆ ਉਹ ਕੋਸ਼ਿਸ਼ ਕਰਦੀ ਆ ਕਿ ਪਾਰਲੀਮੈਂਟ ਜਾਂ ਅਸੈਂਬਲੀ ਚੱਲਦੀ ਰਹੇ ਤਾਂ ਕਿ ਅਸੀਂ ਕੁਝ ਕੰਮਕਾਰ ਕਰਕੇ, ਕੁਝ ਬਿੱਲ ਪਾਸ ਕਰਕੇ ਤੇ ਲੋਕਾਂ ਨੂੰ ਦੱਸ ਸਕੀਏ। ਜੀ, ਕੱਲ ਪਾਕਿਸਤਾਨ ਦੀ ਪਾਰਲੀਮੈਂਟ 'ਚ ਨਵੀਂ ਗੱਲ ਇਹ ਹੋਈ ਕਿ ਜਿਹੜੇ ਹਾਕਮ ਧਿਰ ਆ ਉਹਨੇ ਖੱਪ ਪਾਈ। ਵਿਰੋਧੀ ਧਿਰ ਦਾ ਲੀਡਰ ਸ਼ਹਬਾਜ਼ ਸ਼ਰੀਫ ਬੋਲਦਾ ਪਿਆ ਸੀ, ਉਹ ਬੋਲਣ ਲੱਗਾ ਤੇ ਹਾਕਮ ਧਿਰ ਦੇ ਬੰਦੇ ਜਿਹੜੇ ਨੇ ਇਮਰਾਨ ਖਾਨ ਦੀ ਪਾਰਟੀ ਦੇ ਪ੍ਰਧਾਨ ਮੰਤਰੀ ਦੇ, ਉਹਨਾਂ ਨੇ ਉੱਠ ਕੇ ਹੰਗਾਮਾ ਸ਼ੁਰੂ ਕਰਤਾ ਜੀ, ਇਹਦੇ ਤੇ ਤੂੰ ਮੈਂ ਫਿਰ ਉੱਠ ਕੇ ਆ ਜਾ ਤੈਨੂੰ ਵੇਲਣਾ, ਉਹਨੇ ਆਖਿਆ ਤੈਨੂੰ ਵੇਲਣਾ। ਉਸ ਤੋਂ ਬਾਅਦ ਗੰਦੀਆਂ ਗਾਲਾਂ। ਉੱਥੇ ਅੰਦਰ ਔਰਤ ਪਾਰਲੀਮੈਂਟ ਮੈਂਬਰ, ਉਹ ਬੀਬੀਆਂ ਵੀ ਉੱਥੇ ਬੈਠੀਆਂ ਨੇ ਜੀ। ਇੱਕ ਬੀਬੀ ਤਾਂ ਵੀਡੀਓ ਬਣਾ ਰਹੀ ਹੈ ਔਰ ਉਸ ਬੀਬੀ ਦੇ ਜਿੱਥੇ ਉਹ ਖਲੋਤੀ ਵੀਡੀਓ ਬਣਾਉਂਦੀ ਪਈ ਆ ਉਹਦੇ ਪਿੱਛੇ ਇੱਕ ਹੋਰ ਬੰਦਾ ਵੀਡੀਓ ਬਣਾ ਰਿਹਾ ਤੇ ਉੱਥੋਂ ਗੰਦੀਆਂ ਗਾਲਾਂ ਸਾਰੀਆਂ ਬਾਹਰ ਸੁਣਦੀਆਂ ਨੇ ਕਿ ਕੀ ਕੁਛ ਆਖਿਆ ਵੇਖਿਆ ਜਾ ਰਿਹਾ। ਫਿਰ ਉਹ ਗੰਦੀਆਂ ਗਾਲਾਂ ਦੇ ਵਿੱਚ ਪਹਿਲਾਂ ਛੋਟੀਆਂ-ਮੋਟੀਆਂ ਚੀਜ਼ਾਂ, ਫਿਰ ਇੱਕ ਦੂਸਰੇ ਵੱਲ ਛਿੱਤਰ ਸੁੱਟਣੇ ਸ਼ੁਰੂ ਕਰਤੇ। ਜੀ, ਇਹ ਸਾਰਾ ਤਮਾਸ਼ਾ ਜੋ ਪਾਕਿਸਤਾਨ ਦਾ ਕੱਲ ਸਾਰੀ ਦੁਨੀਆ ਨੇ ਵੇਖਿਆ, ਉਹਦੇ 'ਚ ਸ਼ਰਮ ਆਉਣੀ ਚਾਹੀਦੀ ਆ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੇ ਉਹਦੀ ਪਾਰਟੀ ਨੂੰ। ਉਹਨਾਂ ਨੇ ਬਹੁਤ ਬਦਤਮੀਜ਼ੀ ਦਾ ਵਿਹਾਰ ਕੀਤਾ। ਘੱਟ ਵਿਰੋਧੀ ਧਿਰ ਨੇ ਵੀ ਨਹੀਂ ਕੀਤੀ, ਆਪੋਜੀਸ਼ਨ ਵਾਲੇ ਵੀ ਐ ਬਰਾਬਰ ਦੀ ਟੱਕਰ ਦਿੰਦੇ ਰਹੇ। ਮੈਚ ਦੋਵੇਂ ਪਾਸੇ ਫਸਵਾ ਸੀ ਜੀ। ਪਰ ਇੱਕ ਗੱਲ ਪੱਕੀ ਹੈ ਕਿ ਸ਼ੁਰੂਆਤ ਕਿਹਨੇ ਕੀਤੀ? ਉਹ ਸ਼ੁਰੂਆਤ ਕਿਉਂਕਿ ਹਾਕਮ ਪਾਰਟੀ ਵਾਲੇ ਜਿਹੜੇ ਨੇ, ਇਮਰਾਨ ਖਾਨ ਦੀ ਪਾਰਟੀ ਵਾਲੇ, ਉਹਨਾਂ ਨੇ ਕੀਤੀ। ਜਿਹੜੇ ਬਿੱਲਾਂ ਦੀ ਗੱਲ ਸੀ, ਜਿਨ੍ਹਾਂ ਤੇ ਬਹਿਸ ਹੋਣੀ ਸੀ, ਜੀ, ਉਹ ਬਿੱਲ ਤੇ ਬਾਅਦ 'ਚ ਕਿਸੇ ਨੇ ਪੁੱਛਿਆ ਹੀ ਨਹੀਂ, ਰੌਲਾ ਹੀ ਹੋਰ ਪੈ ਗਿਆ। ਹੁਣ ਅਗਲਿਆਂ ਦਿਨਾਂ ਦੇ ਵਿੱਚ ਜਦੋਂ ਇਹ ਜੁੜਨਗੇ ਉਦੋਂ ਹਰ ਵਾਰੀ ਰੌਲਾ ਇਹ ਪਿਆ ਕਰਨਾ ਕਿ ਜਿੱਦਣ ਖੱਪ ਪਈ ਸੀ ਤੁਸੀਂ ਪਾਈ, ਉਹਨੇ ਆਖਣਾ ਤੁਸੀਂ ਪਾਈ, ਇਹਨੇ ਆਖਣਾ ਤੁਸੀਂ ਆਹ ਆਖੋ, ਉਹਨੇ ਆਖਣਾ ਤੁਸੀਂ ਆਹ ਆਖਿਆ। ਇੱਕ ਦੂਸਰੇ ਨੂੰ ਇਹ ਆਖਣ ਵੇਖਣ ਦੀ ਗੱਲ ਚੱਲਿਆ ਕਰੇਗੀ। ਬਿੱਲਾਂ ਦੇ ਵਿੱਚ ਕੀ ਸੀ, ਉਹਨਾਂ 'ਚ ਕਿਹੜੀ ਗੱਲ ਚੰਗੀ ਸੀ, ਕਿਹੜੀ ਮਾੜੀ ਸੀ, ਕੀ ਕਰਨਾ ਸੀ, ਕੀ ਨਹੀਂ ਕੀਤਾ ਜਾ ਸਕਿਆ, ਇਹ ਨਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਤੇ ਨਾ ਵਿਰੋਧੀ ਧਿਰ ਨੂੰ। ਪਾਕਿਸਤਾਨ ਵੈਸੇ ਵੀ ਇਸ ਵੇਲੇ ਦੁਨੀਆ ਵਾਲਿਆਂ ਦੀ ਨਜ਼ਰ ਵਿੱਚ ਇੱਕ ਫੇਲਡ ਸਟੇਟ, ਯਾਨੀ ਫੇਲ ਹੋਇਆ ਦੇਸ਼ ਬਣਿਆ ਪਿਆ। ਸਾਰੇ ਪਾਸਿਆਂ ਤੋਂ ਪਹਿਲਾਂ ਇਹਨਾਂ ਦੀ ਬਥੇਰੀ ਭੰਡੀ ਹੋ ਰਹੀ ਆ। ਜਿਹੜੀ ਕਸਰ ਰਹਿ ਗਈ ਸੀ ਉਹ ਇਹਨਾਂ ਨੇ ਕੱਢਣ ਵਾਸਤੇ ਕੱਲ ਪ੍ਰਬੰਧ ਕਰ ਦਿੱਤਾ। ਜੋ ਹੋਇਆ ਉਹ ਸ਼ਰਮਨਾਕ। ਜੀ, ਠੀਕ ਹੈ ਪੰਜ ਸਾਹਿਬ, ਜਾਣ ਦਾ ਸਮਾਂ ਹੋ ਗਿਆ। ਫਿਰ ਕੱਲ ਮਿਲਦੇ ਨਵੇਂ ਪ੍ਰੋਗਰਾਮ ਦੇ ਨਾਲ। ਬਹੁਤ ਬਹੁਤ ਧੰਨਵਾਦ ਖਬਰਾਂ ਦੇ ਚਰਚਾ ਕਰਨ ਲਈ। ਜੀ, ਤੁਹਾਡਾ ਧੰਨਵਾਦ। ਮੈਂ ਇੱਕ ਵਾਰੀ ਫਿਰ ਕਹਿ ਦਿਆਂ ਕਿਉਂਕਿ ਕੁਝ ਸੱਜਣਾ ਨੇ ਫਿਰ ਆਖਣਾ ਜੀ ਧੰਨਵਾਦ ਦਾ ਜਵਾਬ। ਮੈਨੂੰ ਲੱਗਦਾ ਅੱਜ ਸੁਣ ਗਿਆ ਹੋਣਾ। ਸੋ ਉਮੀਦ ਹੈ ਤੁਹਾਨੂੰ ਵੀ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਤੇ ਚੰਗੀ ਗੱਲ ਇਹ ਹੈ ਕਿ ਤੁਸੀਂ ਹਰ ਇੱਕ ਚੀਜ਼ ਨੂੰ ਇਕੱਲੇ ਸ਼ਬਦ ਨੂੰ ਧਿਆਨ ਨਾਲ ਦੇਖਦੇ ਆ, ਪਰ ਇੱਕ ਚੀਜ਼ ਦਾ ਖਿਆਲ ਰੱਖਣਾ ਜ਼ਰੂਰੀ ਹੈ, ਉਹ ਹੈ ਸ਼ਬਦਾਵਲੀ ਦਾ। ਕਮੈਂਟ ਜ਼ਰੂਰ ਕਰਿਆ ਕਰੋ, ਕੋਈ ਸੁਝਾਅ ਹੁੰਦਾ ਉਹ ਵੀ ਦਿਆ ਕਰੋ। ਪ੍ਰੋਗਰਾਮ ਕੋਈ ਸਵਾਲ ਹੁੰਦਾ ਅਸੀਂ ਉਹ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਕੱਲ ਫਿਰ ਮਿਲਦੇ ਆ ਨਵੇਂ ਪ੍ਰੋਗਰਾਮ ਦੇ ਨਾਲ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।